ਉਸ ਵੇਲੇ ਕੰਡਕਟਰ ਜਿਹੜਾ ਨਾ ਦੂਸਰੇ ਇੱਕ ਸਵਾਰੀ ਦੇ ਨਾਲ ਝਗੜਾ ਕਰ ਰਿਹਾ ਸੀ 25 ਪੈਸੇ ਤੋਂ, ਕਿਉਂਕਿ ਸਵਾਰੀ ਕਹਿ ਰਹੀ ਸੀ ਕਿ ₹1.25 ਕਿਰਾਇਆ ਤੇ ਉਹ ਕਹਿ ਰਿਹਾ ਸੀ ਨਹੀਂ 1.5 ਹੀ ਹੈ, ਲਿਹਾਜ਼ਾ ਮੈਨੂੰ ₹1.5 ਪੂਰਾ ਦਿਓ। ਤੇ ਹੁਣ ਇੱਥੋਂ ਸ਼ੁਰੂ ਹੁੰਦੀ ਹੈ ਸਟੋਰੀ ਕਿ ਸੱਚ ਦੇ ਵਿੱਚ ਕਿੰਨੀ ਤਾਕਤ ਹੈ ਔਰ ਸੱਚੀ ਗੱਲ ਨੂੰ। ਔਰ ਜਿਸ ਤਰ੍ਹਾਂ ਹੀ ਮੈਂ ਵਾਪਸੀ ਵਾਸਤੇ ਸਟਾਪ ਤੇ ਪਹੁੰਚਿਆ ਤੇ ਮੈਂ ਜੇਬ ਵਿੱਚ ਹੱਥ ਮਾਰਿਆ ਤੇ ਉਹ ਵਾਕਈ ਹਕੀਕਤ ਹੋ ਚੁੱਕੀ ਸੀ ਕਿ ਮੇਰੀ ਜੇਬ ਦੇ ਵਿੱਚ ਜਿੰਨੇ ਪੈਸੇ ਸੀ ਉਹ ਜੇਬ ਕਤਰਾ ਲੈ ਕੇ ਜਾ ਚੁੱਕਿਆ ਸੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਦੋਸਤੋ, ਸੰਗੀ ਸਾਥੀਓ, ਭੈਣਾਂ ਤੇ ਭਰਾਓ, ਔਰ ਮੇਰੀ ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਸੱਜਣੋ ਤੇ ਮਿੱਤਰੋ, ਮੇਰੀ ਤਰਫੋਂ ਸਭ ਨੂੰ अस्सलाम वालेकुम। ਅੱਜ ਦੀ ਇਹ ਵੀਡੀਓ ਤੁਹਾਡੇ ਵਾਸਤੇ ਇੱਕ ਖਾਸ ਹੈ, ਜਿਹਦੇ ਵਿੱਚ ਮੈਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ। ਔਰ ਗੱਲਾਂ ਉਹ ਕੀ ਨੇ, ਔਰ ਮੈਂ ਸੋਚਿਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਤਜਰਬਾ ਹੋਇਆ ਇਸ ਤਰੀਕੇ ਨਾਲ ਕਿ ਸੱਚ ਦੇ ਬਾਰੇ 'ਚ ਜਿਹੜੇ ਲੋਕੀ ਗੁਫ਼ਤਗੂ ਕਰਦੇ ਨੇ ਕਿ ਸੱਚ ਦੀ ਬੜੀ ਅਹਿਮੀਅਤ ਹੈ, ਔਰ ਮੈਂ ਉਸ ਅਹਿਮੀਅਤ ਨੂੰ ਇਸ ਤਰੀਕੇ ਦੇ ਨਾਲ ਸਮਝਿਆ। ਮੈਂ ਇੱਕ ਜਗ੍ਹਾ ਸਫ਼ਰ ਕਰ ਰਿਹਾ ਸੀ ਔਰ ਸਫ਼ਰ ਦੇ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਜੇਬ ਜਿਹੜੀ ਹੈ ਨਾ ਘਟ ਚੁੱਕੀ ਹੈ। ਇਹ ਮੇਰੀ ਜ਼ਿੰਦਗੀ ਦਾ ਵਾਕਿਆ, ਹਕੀਕੀ ਵਾਕਿਆ ਹੈ ਔਰ ਸੱਚਾ ਵਾਕਿਆ, ਜਿਹੜਾ ਮੈਂ ਤੁਹਾਨੂੰ ਲੋਕਾਂ ਦੇ ਪੇਸ਼ ਕਰਨ ਲੱਗਾ ਵਾਂ। ਇਹ ਪੇਸ਼ ਕਰਨ ਦਾ ਸਿਰਫ ਮਕਸਦ ਇਹ ਵੇ ਕਿ ਜਿਹੜੇ ਲੋਕੀ ਸੱਚ ਬੋਲਦੇ ਨੇ, ਸੱਚੀ ਗੱਲ ਕਰਦੇ ਨੇ, ਉਹਨਾਂ ਦੀ ਗੱਲ ਨੂੰ ਹਰ ਬੰਦਾ ਅਹਿਮੀਅਤ ਦਿੰਦਾ ਹੈ ਔਰ ਸਮਝਦਾ ਹੈ, ਔਰ ਸੱਚ ਦੇ ਵਿੱਚ ਜਿਹੜੀ ਤਾਕਤ ਹੈ ਉਹਦਾ ਵੀ ਇਸੇ ਤਰੀਕੇ ਨਾਲ ਹੀ ਪਤਾ ਲੱਗਦਾ ਹੈ। ਉਹ ਵਾਕਿਆ ਕੀ ਹੋਇਆ, ਮੈਂ ਕਰਾਚੀ ਸ਼ਹਿਰ ਦੇ ਵਿੱਚ ਰਹਿੰਦਾ ਸਾਂ ਔਰ ਉੱਥੇ ਛੋਟਾ ਜਿਹਾ ਮੇਰਾ ਬਿਜ਼ਨਸ ਸੀ, ਦੁਕਾਨ ਰੱਖੀ ਸੀ ਮੈਂ। ਸਾਡਾ ਜਿਹੜਾ ਜ਼ਾਤੀ ਕਾਰੋਬਾਰ ਹੈ ਦਰੀ ਦਾ, ਉਹਦੀ ਦੁਕਾਨ ਸੀ। ਦੁਕਾਨ ਕਿਹੜੀ ਜਗ੍ਹਾ 'ਤੇ ਸੀ, ਸਮਝ ਲਓ ਕਿ ਜੂਨਾ ਮਾਰਕੀਟ ਹੈ ਕਰਾਚੀ ਸ਼ਹਿਰ ਦੇ ਵਿੱਚ, ਨਾਲ ਹੀ ਲਿਆਰੀ ਦਾ ਇਲਾਕਾ ਹੈ। ਇਹ ਮੇਨ ਮਾਰਕੀਟ ਹੈ, ਹੋਲਸੇਲ ਮਾਰਕੀਟ ਹੈ, ਸਮਝ ਲਓ ਕਿ ਸਾਡੇ ਕੰਮ ਦੀ, ਜਿੱਥੇ ਦਰੀ ਬੈੱਡਸ਼ੀਟ ਦੀਆਂ ਦੁਕਾਨਾਂ ਨੇ ਜ਼ਿਆਦਾ, ਔਰ ਅਬਦੁੱਲਾ ਮਾਰਕੀਟ ਦੇ ਨਾਂ ਤੋਂ ਵੀ ਇਹ ਇਲਾਕਾ ਮਸ਼ਹੂਰ ਹੈ। ਉੱਥੇ ਮੇਰੀ ਦੁਕਾਨ ਸੀ ਤੇ ਰਾਤ ਦੇ ਟਾਈਮ ਮੈਂ ਅਕਸਰ ਇਸ ਤਰ੍ਹਾਂ ਕਰਦਾ ਸਾਂ ਕਿ ਜਿਹੜੇ ਲੋਕੀ ਮੇਰੇ ਕੋਲ ਦੁਕਾਨਦਾਰ ਉਧਾਰ ਲੈ ਜਾਂਦੇ ਸਨ, ਉਹਨਾਂ ਕੋਲ ਮੈਂ ਪੈਸੇ ਲੈਣ ਦੀ ਗਰਜ਼ ਦੇ ਨਾਲ ਉਹਨਾਂ ਕੋਲ ਜਾਂਦਾ ਹੁੰਦਾ ਸਾਂ। ਤੇ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੈਂ ਬੱਸ ਤੇ ਬੈਠਾ ਤੇ ਮੇਰੇ ਦਿਲ 'ਚ ਇਸ ਤਰ੍ਹਾਂ ਹੀ ਖਿਆਲ ਆਉਣਾ ਸ਼ੁਰੂ ਹੋਇਆ ਕਿ ਲੱਗਦਾ ਕਿ ਮੇਰੀ ਜੇਬ ਕੱਟ ਗਈ ਹੈ। ਲੇਕਿਨ ਮੈਂ ਆਪਣੀ ਜੇਬ ਵੱਲ ਨੂੰ ਚੈੱਕ ਵੀ ਨਹੀਂ ਹਾਂ ਕਰਦਾ, ਲੇਕਿਨ ਮੇਰੇ ਜ਼ਿਹਨ 'ਚ ਲਾਜ਼ਮੀ ਗੱਲ ਆਉਂਦੀ ਸੀ। ਲੇਕਿਨ ਫਿਰ ਜ਼ਿਹਨ 'ਚ ਇਹ ਵੀ ਆਉਂਦਾ ਸੀ ਕਿ ਚਲੋ ਪੈਸੇ ਹੀ ਲੈਣ ਚੱਲੇ ਆ ਨਾ, ਤੇ ਅਗਰ ਕੱਟ ਵੀ ਗਈ ਹੈ ਤੇ ਥੋੜ੍ਹੇ ਜਿਹੇ ਪੈਸੇ ਸਨ ਜੇਬ ਵਿੱਚ, ਸਮਝ ਲਓ ਖਰਚਾ, ਤੇ ਕੋਈ ਨਹੀਂ ਗੱਲ, ਪੈਸੇ ਮਿਲਣਗੇ ਤੇ ਉਹਨਾਂ ਦੇ ਨਾਲ ਵਾਪਸੀ ਆਪਣਾ ਸਫ਼ਰ ਹੋ ਜਾਏਗਾ, ਪਰੇਸ਼ਾਨੀ ਨਹੀਂ ਹੋਏਗੀ। ਜਿਸ ਤਰ੍ਹਾਂ ਹੀ ਮੈਂ ਉਸ ਦੁਕਾਨ 'ਤੇ ਪਹੁੰਚਿਆ ਜਿਹਦੇ ਕੋਲ ਮੈਂ ਪੈਸੇ ਲੈਣੇ ਸੀ, ਜਿਹਦੀ ਗਰਜ਼ ਨਾਲ ਮੈਂ ਆਪਣੀ ਮਾਰਕੀਟ ਦੇ ਵਿੱਚੋਂ ਨਿਕਲਿਆ, ਤੇ ਉਹ ਦੁਕਾਨਦਾਰ ਨਾਲ ਮੇਰੀ ਮੁਲਾਕਾਤ ਨਾ ਹੋ ਸਕੀ। ਰਾਤ ਦਾ ਟਾਈਮ ਹੋ ਗਿਆ, ਇਸ਼ਾ ਤਕਰੀਬਨ ਹੋ ਗਈ ਸੀ, ਮੇਰੀ ਉਸ ਦੁਕਾਨਦਾਰ ਨਾਲ ਮੁਲਾਕਾਤ ਨਾ ਹੋਈ। ਔਰ ਉਹਦਾ ਜਿਹੜਾ ਮੁਤਲਕਾ ਬੰਦਾ ਸੀ, ਉਹਨੇ ਕਿਹਾ ਕਿ ਹਾਜੀ ਸਾਹਿਬ ਦੇ ਆਰਡਰ ਤੋਂ ਬਗੈਰ, ਹਾਜੀ ਸਾਹਿਬ ਦੇ ਕਹਿਣ ਤੋਂ ਬਗੈਰ ਅਸੀਂ ਤੁਹਾਡੇ ਨਾਲ ਕੋਈ ਲੈਣ ਦੇਣ ਨਹੀਂ ਕਰ ਸਕਦੇ। ਸਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਕੋਲ ਮਾਲ ਖਰੀਦਨੇ ਆ, ਆਂਦਾ ਵੀ ਹੈ ਸਾਡੇ ਕੋਲ ਮਾਲ, ਲੇਕਿਨ ਅਸੀਂ ਤੁਹਾਡੇ ਨਾਲ ਲੈਣ ਦੇਣ ਨਹੀਂ ਕਰ ਸਕਦੇ, ਸਾਨੂੰ ਆਰਡਰ ਨਹੀਂ, ਕਿਉਂਕਿ ਅਸੀਂ ਮੁਲਾਜ਼ਮ ਹਾਂ। ਤੇ ਉਸ ਦੁਕਾਨ ਤੋਂ ਜਦੋਂ ਮੈਂ ਨਿਕਲਿਆ ਤੇ ਇੱਕ ਹੋਰ ਜਗ੍ਹਾ 'ਤੇ ਵੀ ਜਾਣਾ ਸੀ, ਲੇਕਿਨ ਉੱਥੇ ਵੀ ਮੁਲਾਕਾਤ ਨਾ ਹੋ ਸਕੀ ਦੁਕਾਨਦਾਰ ਨਾਲ। ਔਰ ਜਿਸ ਤਰ੍ਹਾਂ ਹੀ ਮੈਂ ਵਾਪਸੀ ਵਾਸਤੇ ਸਟਾਪ 'ਤੇ ਪਹੁੰਚਿਆ ਤੇ ਮੈਂ ਜੇਬ ਵਿੱਚ ਹੱਥ ਮਾਰਿਆ ਤੇ ਉਹ ਵਾਕਈ ਹਕੀਕਤ ਹੋ ਚੁੱਕੀ ਸੀ ਕਿ ਮੇਰੀ ਜੇਬ ਦੇ ਵਿੱਚ ਜਿੰਨੇ ਪੈਸੇ ਸੀ ਉਹ ਜੇਬ ਕਤਰਾ ਲੈ ਕੇ ਜਾ ਚੁੱਕਿਆ ਸੀ। ਤੇ ਹੁਣ ਇੱਥੋਂ ਸ਼ੁਰੂ ਹੁੰਦੀ ਹੈ ਸਟੋਰੀ ਕਿ ਸੱਚ ਦੇ ਵਿੱਚ ਕਿੰਨੀ ਤਾਕਤ ਹੈ ਔਰ ਸੱਚੀ ਗੱਲ ਨੂੰ ਲੋਕੀ ਕਿਸ ਤਰ੍ਹਾਂ ਸਮਝਦੇ ਨੇ। ਜਿਨ੍ਹਾਂ ਨੂੰ ਅਸੀਂ ਜਾਹਲ, ਗੰਵਾਰ ਔਰ ਅਨਪੜ੍ਹ ਸਮਝਦੇ ਹਾਂ, ਉਹ ਵੀ ਸੱਚ ਦੀ ਅਹਿਮੀਅਤ ਨੂੰ ਸਮਝਦੇ ਨੇ ਔਰ ਸੱਚ ਦੇ ਉੱਤੇ ਯਕੀਨ ਰੱਖਦੇ ਨੇ। ਉਹ ਗੱਲ ਕੀ ਸੀ ਕਿ ਮੈਂ ਹੁਣ ਬੈਠਣਾ ਸੀ ਬੱਸ ਦੇ ਉੱਤੇ ਤੇ ਬੈਠ ਕੇ ਜਾਣਾ ਸੀ ਆਪਣੇ ਵਾਪਸ। ਪੈਦਲ ਜਾਣ ਦਾ ਰਸਤਾ ਨਹੀਂ ਸੀ, ਹੈ ਦੂਰ ਸੀ ਰਸਤਾ, 8-10 ਕਿਲੋਮੀਟਰ ਦਾ ਫਾਸਲਾ ਸੀ। ਲੇਕਿਨ ਜਿੱਥੇ ਮੈਂ ਵਾਪਸੀ ਜਾਣਾ ਸੀ, ਆਪਣੀ ਮਾਰਕੀਟ ਜਿੱਥੇ ਰਿਹਾਇਸ਼ ਮੈਂ ਰੱਖੀ ਸੀ, ਉਸ ਜਗ੍ਹਾ 'ਤੇ ਪਹੁੰਚਣ ਵਾਸਤੇ ਕਮ ਸੇ ਕਮ 8-10 ਕਿਲੋਮੀਟਰ ਦਾ ਫਾਸਲਾ ਸੀ। ਤੇ ਮੈਂ ਬੱਸ ਦੇ ਉੱਤੇ ਬੈਠਣ ਤੋਂ ਪਹਿਲੋਂ ਇਹ ਸੋਚਦਾ ਰਿਹਾ ਕਿ ਕਿਰਾਇਆ ਤਾਂ ਮੇਰੇ ਕੋਲ ਹੈ ਨਹੀਂ, ਅਗਰ ਕੰਡਕਟਰ ਪੁੱਛੇਗਾ ਤਾਂ ਉਹਨੂੰ ਮੈਂ ਕੀ ਜਵਾਬ ਦਿਆਂਗਾ।
ਤੇ ਮੈਂ ਫਿਰ ਇਹ ਸੋਚਿਆ, ਕੋਸ਼ਿਸ਼ ਇਹ ਕੀਤੀ ਕਿ ਮੈਂ ਬੱਸ ਤੇ ਬੈਠਣ ਤੋਂ ਪਹਿਲਾਂ ਹੀ ਕੰਡਕਟਰ ਨੂੰ ਆਪਣੀ ਪੋਜੀਸ਼ਨ ਦੱਸ ਦਿਆਂ। ਅਗਰ ਉਹ ਬਿਠਾ ਲਏ ਤੇ ਉਹਦੀ ਮਿਹਰਬਾਨੀ ਹੈ, ਅਗਰ ਨਾ ਬਿਠਾਏ ਤੇ ਵੀ ਉਹਦੀ ਮਿਹਰਬਾਨੀ ਹੈ। ਪਰੇਸ਼ਾਨੀ 'ਚ ਇਜ਼ਾਫਾ ਹੁੰਦਾ ਜਾ ਰਿਹਾ ਸੀ, ਕਿਉਂਕਿ ਰਾਤ ਦਾ ਟਾਈਮ ਜ਼ਿਆਦਾ ਵੱਧਦਾ ਜਾ ਰਿਹਾ ਸੀ। ਕਰਾਚੀ ਦੇ ਹਾਲਾਤ ਦੇ ਬਾਰੇ 'ਚ ਤੁਸੀਂ ਲੋਕੀ ਬਖੂਬੀ ਵਾਕਫ ਹੋ। ਇਹ ਮੈਂ ਤੁਹਾਨੂੰ ਸਟੋਰੀ ਜਿਹੜੀ ਸੁਣਾ ਰਿਹਾ, ਇਹ ਤਕਰੀਬਨ 1993 ਦੀ ਗੱਲ ਹੈ, ਜਿਹੜੀ ਮੈਂ ਸੁਣਾ ਰਿਹਾ ਤੁਹਾਨੂੰ, ਜਿਹੜਾ ਮੇਰੇ ਨਾਲ ਵਾਕਿਆ ਪੇਸ਼ ਹੋਇਆ ਔਰ ਸੱਚ ਦੀ ਅਹਿਮੀਅਤ ਦੱਸਣ ਦੀ ਕੋਸ਼ਿਸ਼ ਕਰ ਰਿਹਾ ਇਸ ਵਾक़ੇ ਦੇ ਜ਼ਰੀਏ ਨਾਲ। ਪਹਿਲੀ ਬੱਸ ਦੇ ਮੈਂ ਕੰਡਕਟਰ ਨੂੰ ਕਿਹਾ ਕਿ ਜਨਾਬ, ਮੇਰੇ ਕੋਲ ਨਾ ਜੇਬ ਵਿੱਚ ਪੈਸੇ ਕੋਈ ਨਹੀਂ, ਲੇਕਿਨ ਮੈਂ ਜਾਣਾ ਫਲਾਂ ਸਟਾਪ ਤੱਕ। ਰਸਤੇ 'ਚ ਹਬੀਬ ਬੈਂਕ ਸਟਾਪ ਆਉਂਦਾ ਸੀ, ਉੱਥੇ ਉਤਰਨਾ ਸੀ। ਉਹ ਤਕਰੀਬਨ 3 ਕਿਲੋਮੀਟਰ ਦਾ ਫਾਸਲਾ ਹੈ ਸੀ ਜਿਸ ਜਗ੍ਹਾ ਤੋਂ ਮੈਂ ਬੈਠਣਾ ਸੀ। ਬਨਾਰਸ ਬਾਜ਼ਾਰ ਸਮਝ ਲਓ ਮੈਂ ਗਏ ਅਸੀਂ, ਤੇ ਉੱਥੋਂ ਮੈਂ ਹਬੀਬ ਬੈਂਕ ਸਟਾਪ ਤੱਕ ਜਾਣਾ ਸੀ। ਤੇ ਕੰਡਕਟਰ ਇੱਕ ਨੇ ਤਾਂ ਕਿਹਾ ਕਿ ਨਹੀਂ ਜਨਾਬ, ਅਸੀਂ ਨਹੀਂ ਬਿਠਾ ਸਕਦੇ, ਤੁਸੀਂ ਐਵੇਂ ਹੀ ਕਰ ਦਿਓ। ਫਿਰ ਦੂਸਰੀ ਬੱਸ ਆਈ, ਦੂਸਰੀ ਬੱਸ ਵਾਲੇ ਨਾਲ ਵੀ ਇਸ ਤਰ੍ਹਾਂ ਮੈਂ ਕਿਹਾ, ਤੇ ਉਸ ਕੰਡਕਟਰ ਨੇ ਕਿਹਾ ਕਿ ਤੁਸੀਂ ਜਨਾਬ ਬੈਠੋ, ਕੋਈ ਮਸਲਾ ਨਹੀਂ ਹੈ, ਕਿਰਾਇਆ ਤੁਹਾਡੇ ਕੋਲ, ਕਿਉਂਕਿ ਤੁਸੀਂ ਸੱਚੀ ਗੱਲ ਕੀਤੀ ਹੈ, ਤੇ ਲਿਹਾਜ਼ਾ ਬੈਠੋ ਤੁਸੀਂ, ਮੈਂ ਤੁਹਾਨੂੰ ਬਗੈਰ ਕਿਰਾਏ ਤੋਂ ਵੀ ਲੈ ਜਾਵਾਂਗਾ, ਕੋਈ ਮਸਲਾ ਨਹੀਂ। ਜਿਸ ਤਰ੍ਹਾਂ ਮੈਂ ਬੱਸ 'ਚ ਬੈਠਿਆ, ਤੇ ਉਹ ਹੀ ਕੰਡਕਟਰ ਜਿਹਨੇ ਮੈਨੂੰ ਕਿਹਾ ਕਿ ਬਗੈਰ ਕਿਰਾਏ ਤੋਂ ਵੀ ਮੈਂ ਤੁਹਾਨੂੰ ਲੈ ਜਾਵਾਂਗਾ, ਤੁਸੀਂ ਮੇਰੇ ਨਾਲ ਸੱਚੀ ਗੱਲ ਕੀਤੀ, ਆਪਣਾ ਮਸਲਾ ਦੱਸਿਆ ਕਿ ਜਿਹੜਾ ਮੇਰੇ ਨਾਲ ਹੈ ਵੇ, ਤੇ ਉਹ ਹੀ ਕੰਡਕਟਰ ਸਮਝ ਲਓ ਕਿ ਉਸ ਵਕਤ ਕਿਰਾਇਆ ₹1.5 ₹2 ਹੁੰਦਾ ਸੀ, ਔਰ ਉਹ ਸਸਤਾਈ ਦਾ ਦੌਰ ਸੀ। ਉੱਥੇ ਕਿਰਾਏ ਇੰਨੇ ਸਨ, ਤੇ ਇਸ ਕਿਰਾਏ ਇੰਨੇ ਪੈਸਿਆਂ ਨੂੰ ਵੀ ਲੋਕੀ ਬੜੀ ਅਹਿਮੀਅਤ ਦਿੰਦੇ ਹਨ। ਉਸ ਵਾਲੀ ਕੰਡਕਟਰ ਜਿਹੜਾ ਨਾ ਦੂਸਰੇ ਇੱਕ ਸਵਾਰੀ ਦੇ ਨਾਲ ਝਗੜਾ ਕਰ ਰਿਹਾ ਸੀ 25 ਪੈਸੇ ਤੋਂ, ਕਿਉਂਕਿ ਸਵਾਰੀ ਕਹਿ ਰਹੀ ਸੀ ਕਿ ₹1.25 ਕਿਰਾਇਆ, ਤੇ ਉਹ ਕਹਿ ਰਿਹਾ ਸੀ ਨਹੀਂ 1.5 ਹੀ ਹੈ, ਲਿਹਾਜ਼ਾ ਮੈਨੂੰ ₹1.5 ਪੂਰਾ ਦਿਓ। ਮੈਂ ਵੇਖ ਕੇ ਬੜਾ ਪਰੇਸ਼ਾਨ ਹੋਇਆ ਕਿ ਮੈਨੂੰ ਤੇ ਉਹਨੇ 1.5 ਵੀ ਛੱਡ ਦਿੱਤਾ ਹੈ, ਲੇਕਿਨ ਉਹਨੂੰ 25 ਪੈਸੇ ਨਹੀਂ ਛੱਡਦਾ ਪਿਆ। ਕਿਸ ਵਜ੍ਹਾ ਤੋਂ? ਕਿ ਉਹ ਬੰਦਾ ਝੂਠ ਬੋਲ ਰਿਹਾ ਸੀ, ਔਰ ਉਹਨੂੰ ਝੂਠ ਦੇ ਨਾਲ ਉਹਨੂੰ ਕਾਇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਲੇਕਿਨ ਉਹ ਕੰਡਕਟਰ ਕਹਿ ਰਿਹਾ ਸੀ ਜਨਾਬ ਇਸ ਤਰ੍ਹਾਂ ਨਹੀਂ ਹੋ ਸਕਦਾ, ਮੈਨੂੰ ਪੈਸੇ ਪੂਰੇ ਦਿਓ। ਇਹ ਵਾਕਿਆ ਮੈਂ ਦੇਖਿਆ ਔਰ ਆਪਣੇ ਬਾਰੇ 'ਚ ਵੀ ਸੋਚਿਆ ਕਿ ਮੈਨੂੰ ਤੇ ਉਹਨੇ ₹1.5 ਛੱਡ ਦਿੱਤਾ। ਇਸੇ ਤਰੀਕੇ ਨਾਲ ਜੋ ਸਟਾਪ ਆ ਗਿਆ, ਸਟਾਪ 'ਤੇ ਮੈਂ ਉਤਰ ਗਿਆ। ਉਹ ਸਟਾਪ 'ਤੇ ਵੀ ਮੈਂ ਜਾ ਕੇ ਖਲੋਤਾ ਰਿਹਾ। ਉਸ ਵਕਤ ਬੱਸ ਚੱਲਦੀ ਸੀ, ਹੁਣ ਦਾ ਪਤਾ ਨਹੀਂ ਹੈ ਕਿ ਉਹ ਬੱਸ ਉਹ ਚੱਲ ਰਹੀ ਹੈ ਜਾਂ ਨੰਬਰ ਉਹਦਾ ਉਹੀ ਹੈ। 7C ਬੱਸ ਹੁੰਦੀ ਸੀ ਵੱਡੀ, ਜਿਹਦੇ ਉੱਤੇ ਮੈਂ ਬਹਿ ਕੇ ਤੇ ਆਪਣੇ ਜਗ੍ਹਾ 'ਤੇ ਸਟਾਪ 'ਤੇ ਪਹੁੰਚਣਾ ਸੀ। ਉੱਥੇ ਮੈਂ ਉਹੀ ਹਰਬਾ ਇਸਤੇਮਾਲ ਕੀਤਾ, ਉਹੀ ਕੰਡਕਟਰ ਨਾਲ ਗੱਲ ਕੀਤੀ ਕਿ ਜਨਾਬ ਮੇਰੇ ਕੋਲ ਨਾ ਪੈਸੇ ਨਹੀਂ ਹਨ, ਲਿਹਾਜ਼ਾ ਮੈਂ ਉਸ ਜਗ੍ਹਾ 'ਤੇ ਜਾਣਾ ਚਾਹੁੰਦਾ ਲੀ ਮਾਰਕੀਟ, ਤੇ ਮੈਨੂੰ ਬਿਠਾ ਲਓਗੇ ਤੇ ਮਿਹਰਬਾਨੀ, ਨਹੀਂ ਬਿਠਾਓਗੇ ਤਾਂ ਵੀ ਮਿਹਰਬਾਨੀ। ਤੇ ਉਸ ਕੰਡਕਟਰ ਨੇ ਵੀ ਆਖਿਆ ਕਿ ਕੋਈ ਮਸਲਾ ਨਹੀਂ, ਤੁਸੀਂ ਬੈਠੋ, ਔਰ ਮੈਂ ਤੁਹਾਡੇ ਕੋਲ ਟਿਕਟ ਨਹੀਂ ਲਵਾਂਗਾ। ਤੇ ਦੋਸਤੋ, ਸੱਚ ਦੇ ਵਿੱਚ ਕਿੰਨੀ ਤਾਕਤ ਹੈ। ਇੱਕ ਪਾਸੇ ਬੰਦਾ ਦੂਸਰਾ ਗੱਲ ਕਰ ਰਿਹਾ ਸੀ ਕਿ 25 ਪੈਸੇ ਕਿਰਾਇਆ ਤੂੰ ਵੱਧ ਰਹਿ ਰਿਹਾ, ਲੇਕਿਨ ਉਹਦੇ ਨਾਲ ਬਹਿਸ ਤਕਰਾਰ ਹੋ ਰਹੀ ਸੀ। ਕੰਡਕਟਰ ਉਹਦੇ ਨਾਲ ਹਰ ਤਰੀਕੇ ਨਾਲ ਗੱਲ ਕਰ ਰਿਹਾ ਸੀ, ਉੱਚੀ ਨੀਵੀਂ ਵੀ ਕਰ ਰਿਹਾ ਸੀ, ਗੁੱਸੇ ਨਾਲ ਵੀ ਬੋਲ ਰਿਹਾ ਸੀ, ਤੇ ਲੇਕਿਨ ਉਹਨੂੰ 25 ਪੈਸੇ ਨਹੀਂ ਸੀ ਛੱਡ ਰਿਹਾ। ਲੇਕਿਨ ਅਗਰ ਤੁਸੀਂ ਕਿਸੇ ਨਾਲ ਸੱਚੀ ਗੱਲ ਕਰਦੇ ਹੋ, ਸੱਚ ਬੋਲਦੇ ਹੋ, ਤੇ ਅੱਲਾਹ ਤਾਲਾ ਨੇ ਜਦੋਂ ਆਖਿਆ ਕਿ ਸੱਚ ਦੇ ਵਿੱਚ ਤਾਕਤ ਹੈ, ਸੱਚ ਦੇ ਵਿੱਚ ਭਲਾਈ ਹੈ, ਤੇ ਤੁਸੀਂ ਇਹਦੇ ਉੱਤੇ ਕਿਉਂ ਨਹੀਂ ਅਮਲ ਕਰਦੇ? ਮੈਂ ਤਾਂ ਚਾਹਾਂਗਾ ਕਿ ਹਰ ਬੰਦਾ ਹਰ ਮਾਮਲੇ ਦੇ ਵਿੱਚ ਸੱਚ ਬੋਲੇ ਔਰ ਸੱਚ ਦੀ ਅਹਿਮੀਅਤ ਦੇਵੇ। ਤੇ ਦੋਸਤੋ, ਇਹ ਸੀ ਅੱਜ ਦੀ ਸਾਡੀ ਸਟੋਰੀ, ਜਿਹੜੀ ਸਾਡੇ ਨਾਲ ਸਮਝ ਲਓ ਆਪ ਬੀਤੀ ਵੀ ਇਸਨੂੰ ਕਹਿ ਸਕਦੇ ਹੋ, ਤੇ ਸੱਚ ਦੀ ਅਹਿਮੀਅਤ ਦੇ ਬਾਰੇ 'ਚ ਗੁਫ਼ਤਗੂ ਕੀਤੀ ਹੈ ਤੁਹਾਡੇ ਨਾਲ। ਮਜ਼ੀਦ ਸਾਡੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ, ਔਰ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਵੀ ਜ਼ਰੂਰ ਕਰਿਆ ਜੇ। ਅੱਲਾਹ ਤਾਲਾ ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾ ਨਿਗਹਿਬਾਨ।